हे गाइस, वेलकम बैक टू आवर चैनल बीकॉम वाले। आज की वीडियो में हम पंजाबी का 9 चैप्टर ਅੱਖਾਂ ਵਿੱਚ ਸੁਪਨੇ ਲਟਕਣ ਦੇ पढ़ने वाले हैं। तो शुरू करते हैं। इसमें हम ਅੱਖਾਂ ਵਿੱਚ ਸੁਪਨੇ ਲਟਕਣ ਦੇ ਕਾਰਨ ਦਾ ਵਸਤੂਸਾਰ देखेंगे। तो शुरू करते हैं। ਅੱਖਾਂ ਵਿੱਚ ਸੁਪਨੇ ਲਟਕਣ ਦੇ ਲੇਖ ਵਿੱਚ ਲੇਖਕ ਨੇ ਪ੍ਰੀਤਮ ਤੇ ਫਤਿਹ ਤੇ ਪ੍ਰੀਤਮ ਅਖਬਾਰ ਵਿੱਚ ਆਪਣੇ ਸੰਪਾਦਕ ਦੇ ਰੂਪ ਵਿੱਚ ਕੰਮ ਕਰਨ ਦਾ ਹਾਲ ਵਰਣਨ ਕੀਤਾ ਹੈ। ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਅਨਾੜੀ ਸੰਪਾਦਕ ਤੋਂ ਉਹ ਤੇਜ਼ੀ ਨਾਲ ਲਿਖਣ ਵਾਲਾ ਸੰਪਾਦਕ ਬਣ ਗਿਆ। ਉਹ ਲਿਖਦਾ ਹੈ ਕਿ ਜਿਹੜਾ ਆਦਮੀ ਕਲਰਕੀ ਦੀ ਅਣਚਾਹੀ ਨੌਕਰੀ ਲਈ ਥਾਂ-ਥਾਂ ਭਟਕ ਰਿਹਾ ਹੋਵੇ ਤੇ ਉਸ ਦਾ ਪੁਰ ਅੰਦਰ ਵਾਲੀ ਸੰਪਾਦਕ ਬਣਨ ਦੀ ਕਾਮਨਾ ਪੂਰੀ ਹੋ ਜਾਵੇ ਤਾਂ ਉਸ ਲਈ ਇਹ ਕਿਸੇ ਅਜੂਬੇ ਤੋਂ ਘੱਟ ਨਹੀਂ। ਫਤਿਹੀ ਪ੍ਰੀਤਮ ਵਿੱਚ ਸੰਪਾਦਕ ਦੀ ਨੌਕਰੀ ਮਿਲਣਾ ਲੇਖਕ ਲਈ ਇੱਕ ਵੱਡੀ ਪ੍ਰਾਪਤੀ ਸੀ। ਪ੍ਰੀਤਮ ਨਾਲ ਸੰਬੰਧ। ਲੇਖਕ ਜਦੋਂ ਕਾਲਜ ਵਿੱਚ ਐਫਏ ਵਿੱਚ ਪੜ੍ਹਦਾ ਸੀ ਤਾਂ ਕਦੇ-ਕਦੇ ਪ੍ਰੀਤਮ ਵਿੱਚ ਉਹ ਆਪਣੀ ਕੋਈ ਕਵਿਤਾ ਛਪਣ ਲਈ ਭੇਜ ਦਿੰਦਾ ਸੀ। ਪਹਿਲਾ ਕਵਿਤਾ ਤਾਂ ਬਹੁਤ ਛੇਤੀ ਛਪ ਗਈ, ਪਰ ਦੂਜੀ ਜਾਂ ਤੀਜੀ ਲਈ ਕਾਫੀ ਉਡੀਕ ਕਰਨੀ ਪਈ। ਲੇਖਕ ਕਾਲੀ ਸੁਭਾਅ ਦਾ ਹੋਣ ਕਰਕੇ ਉਸਨੇ ਪ੍ਰੀਤਮ ਦੇ ਐਡੀਟਰ ਸਰਦਾਰ ਅਵਤਾਰ ਸਿੰਘ ਨੂੰ ਬੜੀ ਕੁਰਖਤ ਜਿਹੀ ਚਿੱਠੀ ਲਿਖੀ ਕਿ ਉਹ ਇੱਕ ਦਿਨ ਪ੍ਰੀਤਮ ਦਾ ਐਡੀਟਰ ਬਣ ਕੇ ਦਿਖਾਵੇਗਾ। ਭਲੇ ਵੇਲੇ ਗੱਲ ਮੂੰਹੋਂ ਨਿਕਲੀ ਸੀ ਕਿ ਲੇਖਕ ਦਾ ਇਹ ਸੁਪਨਾ 5-6 ਸਾਲਾਂ ਪਿੱਛੋਂ ਸਾਕਾਰ ਹੋ ਗਿਆ। ਐਡੀਟਰ ਸੰਪਾਦਕ ਬਣਨ ਦੀ ਚਾਹ। ਲੇਖਕ ਦੇ ਅੰਦਰ ਐਡੀਟਰ ਬਣਨ ਦੀ ਚਾਹ ਸਦਾ ਸਮਾਈ ਰਹੀ। ਫਸਾਦਾਂ ਦੇ ਦਿਨਾਂ ਵਿੱਚ ਪਿੰਡੀ ਤੋਂ ਉੱਜੜ ਕੇ ਪਟਿਆਲੇ ਆ ਕੇ ਉਸਨੇ ਇੱਕ ਸਮਾਰਕ ਪੱਤਰ ਰੂਪਰੇਖਾ ਦਾ ਡਿਕਲੇਰੇਸ਼ਨ ਦਾਖਲ ਕਰ ਦਿੱਤਾ। ਪੈਸੇ ਕੋਲ ਨਾ ਹੋਣ ਦੇ ਬਾਵਜੂਦ ਵੀ ਉਹ ਉਤਸ਼ਾਹ ਵਿੱਚ ਸੀ। ਦਿੱਲੀ ਆ ਕੇ ਅੰਗਰੇਜ਼ੀ ਦੇ ਇੱਕ ਸਪਤਾਹਿਕ ਵਿੱਚੋਂ ਜਦੋਂ ਉਸਨੇ ਕੰਮ ਸ਼ੁਰੂ ਕੀਤਾ ਤਾਂ ਉਸਨੇ ਇੱਕ ਨਵਾਂ ਨਸ਼ਾ ਚੜਿਆ ਰਹਿਣ ਲੱਗਾ। ਉਹ ਪਰਚਾ ਬੰਦ ਹੋ ਗਿਆ ਤਾਂ ਜਦੋਂ ਲੇਖਕ ਨੇ ਕੋਈ ਨਵਾਂ ਪਰਚਾ ਨਿਕਲਣ ਦੀ ਸੂਹ ਮਿਲਦੀ ਤਾਂ ਨੱਠ ਭੱਜ ਸ਼ੁਰੂ ਕਰ ਦਿੰਦਾ। ਅਖਬਾਰ ਨਵੀਸੀ ਨਾਲ ਉਸ ਦੀਆਂ ਸਾਰੀਆਂ ਕਾਮਨਾਵਾਂ ਜੁੜੀਆਂ ਹੋਈਆਂ ਸਨ। ਇਹੋ ਕਾਰਨ ਸੀ ਕਿ ਉਹ ਕਿਸੇ ਹੋਰ ਨੌਕਰੀ ਤੇ ਨਾ ਟਿਕ ਸਕਿਆ। ਤਰਲੋਕ ਸਿੰਘ ਯਾਤਰੀ। ਦਫ਼ਤਰ ਵਿੱਚ ਇੱਕ ਹੋਰ ਸੰਪਾਦਕ ਤਰਲੋਕ ਸਿੰਘ ਯਾਤਰੀ ਵੀ ਸੀ। ਉਸ ਦਾ ਕੰਮ ਫਤਿਹ ਤੇ ਪ੍ਰੀਤਮ ਅਖਬਾਰ ਲਈ ਦਿੱਲੀ, ਬੰਬਈ ਤੇ ਕਲਕੱਤੇ ਜਾ ਕੇ ਇਸ਼ਤਿਹਾਰ ਇਕੱਠੇ ਕਰਨਾ ਅਤੇ ਫਤਿਹੀ ਲਈ ਸੰਪਾਦਕੀ ਸਫ਼ਾ ਤਿਆਰ ਕਰਨਾ ਸੀ। ਲੇਖਕ ਦਾ ਕੰਮ ਦੋਹਾਂ ਪਰਚਿਆਂ ਲਈ ਬਾਕੀ ਮੈਟਰ ਤਿਆਰ ਕਰਨਾ ਸੀ। ਫਤਿਹੀ ਉੱਪਰ ਬਤੌਰ ਸੰਪਾਦਕ ਯਾਤਰੀ ਦਾ ਨਾਂ ਹੁੰਦਾ ਤੇ ਪ੍ਰੀਤਮ ਤੇ ਲੇਖਕ ਦਾ ਨਾਂ ਛਪਦਾ ਸੀ। ਮਗਰੋਂ ਯਾਤਰੀ ਨੌਕਰੀ ਛੱਡ ਗਿਆ ਤਾਂ ਲੇਖਕ ਫਤਿਹੀ ਦੀ ਸੰਪਾਦਕੀ ਵੀ ਲਿਖਣ ਲੱਗਾ ਤੇ ਦੋਹਾਂ ਪਰਚਿਆਂ ਤੇ ਉਸ ਦਾ ਨਾਂ ਜਾਣ ਲੱਗਾ। ਸੰਪਾਦਕ ਦੇ ਕੰਮ। ਸੰਪਾਦਕ ਦੇ ਕੰਮਾਂ ਬਾਰੇ ਲੇਖਕ ਨੂੰ ਕੁਝ ਵੀ ਪਤਾ ਨਹੀਂ ਸੀ। ਉਹ ਸਮਝਦਾ ਸੀ ਕਿ ਸੰਪਾਦਕ ਦਾ ਕੰਮ ਲੇਖਕਾਂ ਦੇ ਆਏ ਲੇਖਾਂ ਕਵਿਤਾਵਾਂ ਦੇ ਕਹਾਣੀਆਂ ਨੂੰ ਤਰਤੀਬ ਵਿੱਚ ਛਾਪ ਦੇਣਾ ਹੈ। ਜਿਹੜੇ ਮਜ਼ਮੂਨ ਤੇ ਹੋਰ ਸਮੱਗਰੀ ਆਪਣੇ ਆਪ ਆ ਜਾਂਦੀ ਹੈ ਉਹ ਸਾਰੀ ਸਾਹਿਤਕ ਪੱਖੋਂ ਮਿਆਰੀ ਨਹੀਂ ਸੀ ਹੁੰਦੀ। ਲੇਖ ਫਤਿਹ ਦੀ ਨੀਤੀ ਦੇ ਅਨੁਕੂਲ ਨਹੀਂ ਮਨ ਹੁੰਦੇ। ਜਿਹੜੇ ਲੇਖਕਾਂ ਦਾ ਨਾਂ ਹੁੰਦਾ ਸੀ ਉਹਨਾਂ ਕੋਲੋਂ ਕੁਝ ਪ੍ਰਾਪਤ ਕਰਨ ਲਈ ਤਰਲੇ ਕਰਕੇ ਪੈਂਦੇ ਹਨ ਜਾਂ ਮੁਆਵਜ਼ਾ ਮੰਗਦੇ ਸਨ, ਜੋ ਪੰਜਾਬੀ ਪੱਤਰਕਾਰੀ ਵਾਸਤੇ ਅਸੰਭਵ ਗੱਲ ਸੀ। ਫਤਿਹੀ ਵਾਸਤੇ ਜੋ ਸਮੱਗਰੀ ਲੋੜੀਂਦੀ ਸੀ ਉਹ ਪੰਜਾਬ ਜਾਂ ਸਿੱਖ ਰਾਜਨੀਤੀ ਨਾਲ ਸੰਬੰਧਿਤ ਹੋਣੀ ਚਾਹੀਦੀ ਸੀ। ਲੇਖਕ ਰਾਜਨੀਤੀ ਦਾ ਊੜਾ ਐੜਾ
ਵੀ ਨਹੀਂ ਸੀ ਜਾਣਦਾ। ਇਸ ਲਈ 2-4 ਦਿਨਾਂ ਵਿੱਚ ਹੀ ਲੇਖਕ ਨੇ ਅਹਿਸਾਸ ਹੋ ਗਿਆ ਕਿ ਸੰਪਾਦਕ ਨੂੰ ਜੋ ਕੰਮ ਕਰਨੇ ਸੰਪਾਦਕ ਨੂੰ ਜੋ ਕੰਮ ਕਰਨੇ ਪੈਂਦੇ ਹਨ ਉਹ ਉਸ ਦੇ ਵੱਸ ਤੋਂ ਬਾਹਰ ਹਨ। ਕੰਮ ਜ਼ਿਆਦਾ ਹੋਣ ਕਰਕੇ ਲੇਖਕ ਸਾਰਾ ਦਿਨ ਜੁਟਿਆ ਰਹਿੰਦਾ। ਕਦੇ ਇਸ਼ਤਿਹਾਰ ਬਣਾਉਂਦਾ, ਕਦੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਦਾ, ਕਦੀ ਸਾਰੇ ਹਫ਼ਤਿਆਂ ਦੀਆਂ ਚੋਣਵੀਆਂ ਤੇ ਦਿਲਚਸਪ ਖਬਰਾਂ ਦਾ ਸਫ਼ਾ ਤਿਆਰ ਕਰ ਰਿਹਾ ਹੁੰਦਾ, ਕਦੀ ਉਰਦੂ, ਹਿੰਦੀ ਤੇ ਅੰਗਰੇਜ਼ੀ ਵਿੱਚੋਂ ਲੇਖ ਅਨੁਵਾਦ ਕਰ ਰਿਹਾ ਹੁੰਦਾ ਤੇ ਕਦੀ ਦੋਹਾਂ ਅਖਬਾਰਾਂ ਦੇ ਪ੍ਰੂਫ ਪੜ੍ਹ ਰਿਹਾ ਹੁੰਦਾ। ਤਜਰਬਾ ਨਾ ਹੋਣ ਕਰਕੇ ਉਸਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ। ਉਹ ਆਪ ਤਾਂ ਕਹਾਣੀ, ਕਵਿਤਾ ਤੇ ਇਕਾਂਤੀ ਹੀ ਲਿਖ ਸਕਦਾ ਸੀ। ਸਾਹਿਤਕ ਕੰਮ ਵਿੱਚ ਆਨੰਦ ਮਿਲਦਾ ਹੈ, ਪਰ ਇੱਥੇ ਗੈਰ ਸਾਹਿਤਕ ਕੰਮ ਜ਼ਿਆਦਾ ਸੀ, ਇਸ ਲਈ ਉਹ ਘਬਰਾਉਂਦਾ ਸੀ। ਕਿਸੇ ਪੱਕੇ ਮਾਮਲੇ ਬਾਰੇ ਪਹਿਲਾ ਲੇਖ ਲਿਖਣਾ। ਅਜੇ ਲੇਖਕ ਨੂੰ ਅਖਬਾਰ ਵਿੱਚ ਕੰਮ ਕਰਦਿਆਂ 4-5 ਦਿਨ ਹੀ ਹੋਏ ਸਨ ਕਿ ਨਾਰੰਗ ਸਾਹਿਬ ਨੇ ਉਸ ਨੂੰ ਕਿਸੇ ਪੱਕੇ ਮਾਮਲੇ ਤੇ ਫਤਹਿ ਦੇ ਅਗਲੇ ਅੰਕ ਲਈ ਮੁੱਖ ਲੇਖ ਲਿਖਣ ਲਈ ਕਿਹਾ। ਲੇਖਕ ਘਬਰਾ ਗਿਆ। ਉਸ ਦੀ ਦਿਲਚਸਪੀ ਨਾ ਹੋਣ ਕਰਕੇ ਉਸ ਨੇ ਕਦੇ ਸਿਆਸੀ ਲੇਖ ਲਿਖਿਆ ਹੀ ਨਹੀਂ ਸੀ। ਅਖਬਾਰ ਵੀ ਜੇ ਕਿਧਰੇ ਮਿਲ ਜਾਵੇ ਤਾਂ ਸਰਸਰੀ ਨਜ਼ਰਾਂ ਨਾਲ ਖਬਰਾਂ ਪੜ੍ਹ ਲੈਂਦਾ ਜਾਂ ਖਾਲੀ ਅਸਾਮੀਆਂ ਵਾਲੇ ਪੰਨੇ ਵਿੱਚ ਭੱਬ ਜਾਂਦਾ। ਲੇਖਕ ਇੱਕ ਮੁਸੀਬਤ ਵਿੱਚ ਫਸ ਗਿਆ ਕਿ ਉਹ ਕੀ ਲਿਖੇ ਤੇ ਕਿਸ ਵਿਸ਼ੇ ਤੇ ਲਿਖੇ। ਉਹ ਜਿਸ ਨੌਕਰੀ ਨੂੰ ਫੁੱਲਾਂ ਦੀ ਖੁਸ਼ਬੂ ਸਮਝ ਰਿਹਾ ਸੀ, ਅੱਜ ਉਹ ਕੰਡਿਆਲੀ ਥੋਹਰ ਬਣ ਕੇ ਉਸ ਦੇ ਜਿਸਮ, ਚੇਤਨਾ ਤੇ ਸੋਚ ਨੂੰ ਅਖਰਨ ਕਰਨ ਲੱਗੀ। ਉਹ ਜਾਂ ਹਾਰ ਵੀ ਨਹੀਂ ਸੀ ਮੰਨਣੀ ਚਾਹੁੰਦਾ, ਕਿਉਂਕਿ ਇਸ ਨਾਲ ਉਸ ਦੇ ਸੁਪਨੇ ਟੁੱਟ ਜਾਣੇ ਸਨ। ਉਸ ਨੇ ਫੈਸਲਾ ਕੀਤਾ ਕਿ ਉਹ ਦਿਨ ਰਾਤ ਮਿਹਨਤ ਕਰੇਗਾ, ਖੂਬ ਪੜ੍ਹੇਗਾ ਤੇ ਲਿਖੇਗਾ। ਲਿਖ ਕੇ ਮੁੜ ਸੌਂਦੇਗਾ। ਇਸ ਤਰ੍ਹਾਂ ਆਪੇ ਉਸ ਨੂੰ ਜਾਂਚ ਆ ਜਾਵੇਗੀ। ਮੁਸ਼ਕਿਲਾਂ ਵਿੱਚ ਪਰਮਾਤਮਾ ਨੇ ਲੇਖਕ ਦਾ ਬਹੁਤ ਸਾਥ ਦਿੱਤਾ ਹੈ। ਜੇ ਕਿਤੇ ਉਹ ਖਾਲੀ ਹੋ ਜਾਵੇ ਤਾਂ ਭਰਿਆ ਭੁਕੰਦਾ ਹੋ ਜਾਂਦਾ ਹੈ, ਤਾਂ ਵੀ ਲੇਖਕ ਦਾ ਪਰਮਾਤਮਾ ਵਿੱਚ ਵਿਸ਼ਵਾਸ ਇਕਸਾਰ ਨਹੀਂ ਰਿਹਾ। ਉਹ ਕਈ ਵਾਰ ਅਥਰੇ ਬਾਲਕ ਵਾਂਗ ਪਰਮਾਤਮਾ ਨਾਲ ਲੜ ਪੈਂਦਾ ਤੇ ਗੁੱਸੇ ਤੇ ਰੁੱਸ ਜਾਂਦਾ। ਔਖਾ ਕੰਮ। ਲੇਖਕ ਦਾ ਅਖਬਾਰ ਸੰਪਾਦਕ ਕਰਨ ਦਾ ਮਨ ਚਾਹਿਆ ਕੰਮ ਉਸ ਲਈ ਅਜ਼ਾਬ ਬਣਦਾ ਜਾ ਰਿਹਾ ਸੀ। ਉਹ ਫਤਹਿ ਪ੍ਰੀਤਮ ਦੇ ਸਾਰੇ ਪੁਰਾਣੇ ਅੰਕ ਖੋਲ੍ਹ ਕੇ ਖੋਗਦਾ ਤੇ ਸਮਝ ਕੇ ਲਿਖਣ ਦਾ ਲੱਗਦਾ ਸੀ, ਪਰ ਗੱਲ ਸਿਰੇ ਨਹੀਂ ਸੀ ਚੜ੍ਹਦੀ। ਦੀਵਾਲੀ ਦੀਆਂ 2 ਛੁੱਟੀਆਂ ਵਿੱਚ ਨਾਰੰਗ ਸਾਹਿਬ ਨੇ ਫਤਹਿ ਵਾਸਤੇ ਲੇਖ ਲਿਖ ਕੇ ਲਿਆਉਣ ਲਈ ਕਹਿ ਦਿੱਤਾ। ਲੇਖਕ ਨੂੰ ਲੱਗਾ ਜਿਵੇਂ ਦੀਵਾਲੀ ਦੀ ਥਾਂ ਕੋਈ ਆਫ਼ਤ ਆ ਗਈ ਹੋਵੇ। ਸ਼ਾਮੀਂ ਘਰ ਜਾਂਦਿਆਂ ਉਹ ਸ਼ੀਸ਼ਗੰਜ ਦੇ ਮੁੱਖ ਦਰਬਾਰ ਦੇ ਸਾਹਮਣੇ ਚੁੱਪ, ਬੇਬਸ ਤੇ ਉਦਾਸ ਖੜਾ ਹੋ ਗਿਆ। ਉਸ ਨੂੰ ਸ਼ਕਤੀ ਚਾਹੀਦੀ ਹੈ। ਕੁਝ ਚਿਰ ਖੜਾ ਰਹਿ ਕੇ ਉਹ ਘਰ ਵੱਲ ਤੁਰ ਪਿਆ। ਰਸਤੇ ਵਿੱਚ ਅਖਬਾਰਾਂ ਵੇਚਣ ਵਾਲਾ ਸੜਕ ਦੇ ਰਸਾਲੇ ਫੈਲਾਈ ਬੈਠਾ ਸੀ ਤਾਂ ਲੇਖਕ ਦੀ ਨਜ਼ਰ ਬਲਿਟਜ਼ ਤੇ ਜਾ ਪਈ, ਜਿਸ ਵਿੱਚ ਪੰਡਿਤ ਨਹਿਰੂ ਦੀ ਅਮਰੀਕੀ ਯਾਤਰਾ ਬਾਰੇ ਮੁੱਖ ਲੇਖ ਸੀ। ਉਸ ਨੂੰ ਵਿਸ਼ਾ ਸੁੱਝ ਗਿਆ। ਉਹ ਬਲਿਟਜ਼ ਤੋਂ ਇਲਾਵਾ ਹੋਰ ਅਖਬਾਰਾਂ ਤੇ ਰਸਾਲੇ ਖਰੀਦ ਕੇ ਘਰ ਵੱਲ ਤੁਰ ਪਿਆ। ਅਗਲੇ ਦਿਨ ਸਾਰੀ ਦਿਹਾੜੀ ਪੜ੍ਹ ਕੇ ਤੇ ਸੋਚ ਕੇ ਸਥਿਤੀ ਨੂੰ ਆਪਣੇ ਅੰਦਰ ਰਚਾ ਲਿਆ। ਦੂਜੇ ਦਿਨ ਸੋਚਦਾ ਰਿਹਾ ਤੇ ਲਿਖਦਾ ਰਿਹਾ।
ਐਤਵਾਰ ਨੂੰ ਲੇਖ ਨੂੰ ਸੋਕ ਕੇ ਸ਼ਬਦਾਂ ਨੂੰ ਸਵਾਰ ਕੇ ਉਸਨੇ ਲੇਖ ਨੂੰ ਮੁੜ ਲਿਖ ਲਿਆ। ਸੋਮਵਾਰ ਦਫ਼ਤਰ ਜਾ ਕੇ ਉਸਨੇ ਲੇਖ ਨਾਰੰਗ ਸਾਹਿਬ ਨੂੰ ਦੇ ਦਿੱਤਾ। ਉਹ ਖੁਸ਼ ਹੋ ਗਏ ਤੇ ਲੇਖਕ ਦੀ ਪਤ ਰਹਿ ਗਈ ਸੀ। ਮੁੱਖ ਲੇਖ ਲਿਖਣ ਦਾ ਕੰਮ। ਫਿਰ ਨਾਰੰਗ ਸਾਹਿਬ ਨੇ ਉਸ ਨੂੰ ਪ੍ਰੀਤਮ ਦੇ ਅਗਲੇ ਅੰਕ ਲਈ ਮੁੱਖ ਲੇਖ ਲਿਖਣ ਲਈ ਕਹਿ ਦਿੱਤਾ। ਲੇਖਕ ਜਿਸ ਬੋਝ ਹੇਠੋਂ ਨਿਕਲਿਆ ਸੀ ਮੁੜ ਉਸੀ ਹੇਠ ਦਬਿਆ ਗਿਆ। ਉਹ ਫਿਰ ਸ਼ੀਸ਼ਗੰਜ ਦੇ ਮੁੱਖ ਦਰਬਾਰ ਅੱਗੇ ਚੁੱਪ ਬੇਬਸ ਤੇ ਉਦਾਸ ਖੜਾ ਸੀ। ਤੀਜੇ ਦਿਨ ਉਸ ਨੂੰ ਇੱਕ ਵਿਸ਼ਾ ਸੁੰਝਿਆ। ਮਨੁੱਖਤਾ ਕਿਹੜੇ ਰਾਹਾਂ ਤੇ। ਇੱਕ ਦਿਨ ਇਸ ਬਾਰੇ ਸੋਚਦਾ ਰਿਹਾ ਤੇ ਦੂਸਰੇ ਦਿਨ ਪ੍ਰਵਾਹ ਵਾਂਗ ਲਿਖਿਆ ਗਿਆ। ਇਸ ਤੋਂ ਪਿੱਛੋਂ ਇੱਕ ਬੋਝ ਉਤਰਦਾ ਤੇ ਦੂਜਾ ਆ ਪੈਂਦਾ। ਹੌਲੇ ਹੌਲੇ ਹੱਥ-ਰਵਾ ਹੋ ਗਏ ਤੇ ਗੱਲਾਂ ਆਪਣੇ ਆਪ ਸੂਝਣ ਲੱਗੀਆਂ। ਬਹੁਤ ਕੁਝ ਸਿੱਖਿਆ। ਫਤਿਹ ਤੇ ਪ੍ਰੀਤਮ ਵਿੱਚ ਲੇਖਕ ਨੇ ਬਹੁਤ ਕੁਝ ਸਿੱਖਿਆ। ਕੁਝ ਬੜੇ ਦਿਲਚਸਪ ਤੇ ਅਨੋਖੇ ਅਨੁਭਵ ਹੋਏ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਤੇ ਵਿਸ਼ੇਸ਼ ਅੰਕ ਲਿਖਣਾ ਸੀ। ਵਿਸ਼ੇਸ਼ ਅੰਕ ਵਿੱਚ ਉਪਜੀਆਂ ਹਸਤੀਆਂ ਤੇ ਸੰਦੇਸ਼ ਦਿੱਤੇ ਜਾਂਦੇ ਸਨ। ਨੇਤਾਵਾਂ ਨੂੰ ਸੰਦੇਸ਼ ਭੇਜਣ ਲਈ ਬੇਨਤੀਆਂ ਕੀਤੀਆਂ ਜਾਂਦੀਆਂ। ਜਿਹੜੇ ਭੇਜ ਦਿੰਦੇ ਉਹਨਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪ ਦਿੰਦੇ ਸਨ। ਜੋ ਕਿਸੇ ਕਾਰਨ ਨਾ ਭੇਜਣ ਉਹਨਾਂ ਦੇ ਨਾਂ ਹੇਠ ਆਪ ਲਿਖ ਕੇ ਛਾਪ ਦਿੱਤੇ ਜਾਂਦੇ ਸਨ। ਲੇਖਕ ਦੱਸਦਾ ਹੈ ਕਿ ਜਦ ਉਹ ਅੰਗਰੇਜ਼ੀ ਦੇ ਸਪਤਾਹਿਕ ਵਿੱਚ ਕੰਮ ਕਰਦਾ ਸੀ ਤਾਂ ਉੱਥੇ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਸਪਤਾਹਿਕ ਦਾ ਵਿਸ਼ੇਸ਼ ਅੰਕ ਨਿਕਲਦਾ ਸੀ। ਮੁੱਖ ਸੰਪਾਦਕ ਨੇ ਕਿਧਰੇ ਜਾਣਾ ਸੀ। ਉਹ ਜਾਂਦਾ ਹੋਇਆ ਲੇਖਕ ਨੂੰ ਕਹਿ ਗਿਆ ਕਿ ਜਦੋਂ ਸਹਾਇਕ ਸੰਪਾਦਕ ਆਵੇ ਤਾਂ ਉਸ ਨੂੰ ਕਹਿ ਦੇਵੇ ਕਿ ਉਹ ਨੇਤਾਵਾਂ ਦੇ ਸੰਦੇਸ਼ ਲੈ ਆਵੇ। ਅਸਲੀ ਗੱਲ ਉਹ ਲੇਖਕ ਤੋਂ ਛੁਪਾ ਰਿਹਾ ਸੀ। ਜਦੋਂ ਸਹਾਇਕ ਸੰਪਾਦਕ ਨੂੰ ਸੰਦੇਸ਼ ਲਿਆਉਣ ਦਾ ਸੁਨੇਹਾ ਲੇਖਕ ਦੇ ਦਿੱਤਾ ਤਾਂ ਉਹ ਹੱਸ ਪਿਆ। ਫਿਰ ਉਹ ਸ਼ਾਮ ਤੱਕ ਕੁਝ ਲਿਖਦਾ ਰਿਹਾ। ਜਦ ਉਸ ਨੇ ਕਾਗਜ਼ਾਂ ਦਾ ਦੱਖਾ ਲੇਖਕ ਦੇ ਹੱਥ ਫੜਾਉਂਦਿਆਂ ਕਿਹਾ ਕਿ ਉਹ ਇਹ ਸੰਦੇਸ਼ ਕੰਪੋਜ਼ ਕਰਨ ਵਾਸਤੇ ਦੇ ਦੇਵੇ ਤਾਂ ਲੇਖਕ ਨੇ ਹੈਰਾਨ ਹੋ ਕੇ ਪੁੱਛਿਆ ਕਿ ਉਹ ਗਿਆ ਤਾਂ ਕਿਧਰੇ ਵੀ ਨਹੀਂ ਤੇ ਇਹ ਸੰਦੇਸ਼ ਕਿੱਥੋਂ ਆ ਗਏ। ਉਸ ਨੇ ਉੱਤਰ ਦਿੱਤਾ, ਇਹ ਬਸ ਇਸੇ ਤਰ੍ਹਾਂ ਹੀ ਲਿਖੇ ਜਾਂਦੇ ਹਨ। ਉਸ ਨੇ ਮੁਸਕਰਾਉਂਦਿਆਂ ਕਿਹਾ ਕਿ ਇਹਨਾਂ ਵਿੱਚ ਕਈਆਂ ਨੂੰ ਤਾਂ ਕਲਮ ਵੀ ਨਹੀਂ ਫੜਨੀ ਆਉਂਦੀ ਤੇ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਪਾਸ ਇਹੋ ਜਿਹੇ ਫਜ਼ੂਲਾਂ ਕੰਮਾਂ ਲਈ ਵੇਲ ਨਹੀਂ ਹੈ। ਗੁਰੂ ਨਾਨਕ ਵਿਸ਼ੇਸ਼ ਅੰਕ। ਲੇਖਕ ਨੂੰ ਫਤਿਹ ਦੇ ਗੁਰੂ ਨਾਨਕ ਦੇਵ ਵਿਸ਼ੇਸ਼ ਅੰਕ ਲਈ ਉਸ ਨੂੰ ਸੰਦੇਸ਼ ਲਿਖਣ ਲਈ ਕਿਹਾ ਗਿਆ ਸੀ। ਉਹ ਕਿਸੇ ਦੇ ਸੰਦੇਸ਼ ਕਿਵੇਂ ਲਿਖ ਸਕਦਾ ਸੀ। ਉਸ ਨੂੰ ਕਿਸੇ ਦੇ ਮਨ ਦੀ ਗੱਲ ਕਿਵੇਂ ਪਤਾ ਲੱਗ ਸਕਦੀ ਹੈ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਸੇਧ ਦੇਣੀ ਹੁੰਦੀ ਹੈ। ਪਰ ਇਹ ਸੰਦੇਸ਼ ਲਿਖਣੇ ਉਸ ਨੇ ਹੀ ਸਨ। ਨੇਤਾਵਾਂ ਦੇ ਤਾਂ ਹੇਠਾਂ ਜੇ ਕੋਈ ਗੱਲ ਕਿਸੇ ਨੇਤਾ ਦੇ ਨਾਂ ਹੇਠ ਛਪ ਜਾਂਦੀ ਤਾਂ ਉਹ ਪ੍ਰਸੰਨ ਹੋ ਜਾਂਦਾ। ਵੱਡੇ ਲੋਕ ਪ੍ਰਸੰਨ ਹੋ ਜਾਣ ਤਾਂ ਵਾਰੇ ਨਿਆਰੇ ਹੋ ਜਾਂਦੇ। ਲੱਛਮੀ ਮਿਹਰਬਾਨ ਹੋ ਜਾਂਦੀ। ਫਸਲ ਰੂਪ ਸਰਕਾਰੀ ਤੇ ਗੈਰ ਸਰਕਾਰੀ ਇਸ਼ਤਿਹਾਰ ਅਖਬਾਰ ਲਈ ਮਿਲਦੇ ਸਨ। ਜੇ ਸੰਪਾਦਕ ਨੇਤਾਵਾਂ ਦੀ ਸ਼ਖਸੀਅਤ ਸੋਚ ਤੇ ਵਿਚਾਰਧਾਰਾ ਦੇ ਅਨੁਕੂਲ ਸੰਦੇਸ਼ ਲਿਖੇ ਤਾਂ ਗੱਲ ਨਿਖਰ ਆਉਂਦੀ ਹੈ। ਪਰ ਕਦੇ ਕਦੇ
ਕਾਲ ਤੇ ਲਾਪਰਵਾਹੀ ਵਿੱਚ ਗੱਲ ਵਿਗੜ ਵੀ ਜਾਂਦੀ ਹੈ। ਲੇਖਕ ਨੇ ਗੁਰੂ ਨਾਨਕ ਦੇ ਵਿਸ਼ੇਸ਼ ਅੰਕ ਲਈ ਕਈ ਵੀਕ 1 ਸਵਨੇ ਸੰਦੇਸ਼ ਤਿਆਰ ਕੀਤੇ। ਉਹਨਾਂ ਨੂੰ ਖਾਸ ਤਰਕੀਬ ਵਿੱਚ ਰੱਖ ਦਿੰਦਾ, ਪਰ ਉਹਨਾਂ ਉੱਪਰ ਸੰਦੇਸ਼ ਦੇਣ ਵਾਲਿਆਂ ਦੇ ਨਾਂ ਨਹੀਂ ਸਨ ਲਿਖੇ। ਤਬੀਅਤ ਖਰਾਬ ਹੋ ਜਾਣ ਕਰਕੇ ਲੇਖਕ 2 ਦਿਨ ਦਫ਼ਤਰ ਨਾ ਗਿਆ। ਨਾਰੰਗ ਸਾਹਿਬ ਨੇ ਵੀਕ ਨੂੰ ਨਾਵਾਂ ਦੀ ਸੂਚੀ ਦਿੱਤੀ ਸੀ। ਕਲਰਕ ਨੇ ਸੂਚੀ ਅਨੁਸਾਰ ਨਾਂ ਲਿਖ ਕੇ ਸੰਦੇਸ਼ ਛਾਪਣ ਵਾਸਤੇ ਭੇਜ ਦਿੱਤੇ। ਇਸ ਗੱਲ ਵੱਲ ਕਿਸੇ ਨੇ ਧਿਆਨ ਹੀ ਨਾ ਦਿੱਤਾ ਤੇ ਕਿ ਸੰਦੇਸ਼ ਉਹਨਾਂ ਹਸਤੀਆਂ ਦੀ ਸ਼ਖਸੀਅਤ ਤੇ ਵਿਚਾਰਧਾਰਾ ਦੇ ਅਨੁਕੂਲ ਵੀ ਹਨ ਕਿ ਨਹੀਂ। ਲਾਲਾ ਜਗਤ ਨਾਰਾਇਣ ਦਾ ਸੰਦੇਸ਼ ਪਰਚਾ ਛਪ ਗਿਆ। ਉਹਨਾਂ ਵਿੱਚ ਇੱਕ ਸੰਦੇਸ਼ ਪ੍ਰਸਿੱਧ ਫਿਲਮ ਪ੍ਰੋਡਿਊਸਰ, ਡਿਸਟਰੀਬਿਊਟਰ ਤੇ ਜਗਤ ਸਿਨੇਮਾ ਦੇ ਮਾਲਕ ਲਾਲਾ ਜਗਤ ਨਾਰਾਇਣ ਦਾ ਸੀ, ਜੋ ਨਾਰੰਗ ਸਾਹਿਬ ਦਾ ਨਿੱਘਾ ਦੋਸਤ ਸੀ। ਉਹ ਫਤਿਹੀ ਲਈ ਹਰ ਹਫ਼ਤੇ ਕੋਈ ਨਾ ਕੋਈ ਰਿਸ਼ਤੇਦਾਰ ਜ਼ਰੂਰ ਲਿਆਉਂਦਾ ਸੀ ਤੇ ਬਿੱਲ ਦਾ ਭੁਗਤਾਨ ਵੀ ਫੌਰਨ ਕਰ ਦਿੰਦਾ ਸੀ। ਦਫ਼ਤਰ ਵਿੱਚ ਇੱਕ ਜ਼ਿੰਮੇਵਾਰ ਬੰਦਾ ਲਾਲਾ ਜੀ ਕੋਲ ਭੇਜਿਆ ਕਿ ਉਹ ਉਹਨਾਂ ਦਾ ਨਾਂ ਹੇਠ ਛਪੇ ਸੰਦੇਸ਼ ਨੂੰ ਦਿਖਾ ਆਵੇ ਤੇ ਉਸ ਅੰਕ ਵਿੱਚ ਛਪੇ ਇਸ਼ਤਿਹਾਰ ਤੇ ਬਿੱਲ ਦਾ ਚੈੱਕ ਵੀ ਲੈ ਆਵੇ। ਲਾਲਾ ਜੀ ਕੱਟੜ ਸਨਾਤਨੀ ਸਨ। ਉਹਨਾਂ ਸੰਦੇਸ਼ ਪੜ੍ਹ ਕੇ ਸੁਣਾਉਣ ਲਈ ਕਿਹਾ। ਸੰਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਜੰਝੂ ਪਹਿਨਣ ਤੇ ਕਰਮ ਕਾਂਡਾਂ ਨੂੰ ਫੋਕਾ ਪਾਖੰਡ ਦੱਸ ਕੇ ਨਿੰਦਿਆ ਕਰਿਆ ਗਿਆ ਸੀ। ਸੰਦੇਸ਼ ਸੁਣ ਕੇ ਲਾਲਾ ਜੀ ਗੁੱਸੇ ਵਿੱਚ ਆ ਗਏ ਤੇ ਬੋਲੇ ਕਿ ਉਹਨਾਂ ਦੇ ਮੂੰਹੋਂ ਉਹਨਾਂ ਦਾ ਹੀ ਮਜ਼ਾਕ ਕਰਵਾ ਦਿੱਤਾ। ਸੰਦੇਸ਼ ਸੁਣਾਉਣ ਵਾਲਾ ਦੁਮ ਦਬਾ ਕੇ ਦੌੜ ਗਿਆ। ਨਾਰੰਗ ਸਾਹਿਬ ਕਈ ਦਿਨ ਬੜੇ ਪਰੇਸ਼ਾਨ ਰਹੇ। ਅਖ਼ਬਾਰਾਂ ਵਿੱਚ ਨਾਂ ਛਪਵਾਉਣ ਦਾ ਸ਼ੌਂਕ ਕਈਆਂ ਨੂੰ ਆਪਣੇ ਨਾਂ ਅਖ਼ਬਾਰ ਵਿੱਚ ਛਪਦੇ ਰਹਿਣ ਦਾ ਬੜਾ ਸ਼ੌਕ ਹੁੰਦਾ ਸੀ, ਭਾਵੇਂ ਉਹਨਾਂ ਦੇ ਨਾਂ ਹੇਠ ਕੁਝ ਵੀ ਛਪ ਜਾਵੇ। ਇੱਕ ਖੱਦਰ ਭਾਰੀ ਬਜ਼ੁਰਗ ਜੋ ਆਪਣੇ ਆਪ ਨੂੰ ਕੀਰਤੀ ਨਗਰ ਦੀ ਕਾਂਗਰਸ ਕਮੇਟੀ ਦਾ ਪ੍ਰਧਾਨ ਦੱਸਿਆ ਕਰਦਾ ਸੀ, ਹਰ ਹਫ਼ਤੇ ਲੇਖਕ ਕੋਲ ਆ ਕੇ ਕਹਿੰਦਾ ਕਿ ਉਹ ਉਸ ਬਾਰੇ ਹਰ ਹਫ਼ਤੇ ਕੁਛ ਨਾ ਕੁਛ ਛਾਪਦੇ ਰਿਹਾ ਕਰਨ। ਹੋਰ ਨਹੀਂ ਤਾਂ ਇਹ ਹੀ ਖ਼ਬਰ ਦੇ ਦਿਆ ਕਰਨ ਕਿ ਉਸ ਨੇ ਆਪਣੇ ਇਲਾਕੇ ਵਿੱਚ ਸਫ਼ਾਈ ਹਫ਼ਤਾ ਮਨਾਇਆ ਤੇ ਆਪਣੇ ਹੱਥੀਂ ਗਲੀ ਦੀ ਸਫ਼ਾਈ ਕੀਤੀ। ਲੇਖਕ ਨੇ ਮਜ਼ਾਕ ਨਾਲ ਕਿਹਾ ਕਿ ਝਾੜੂ ਫੇਰ ਕੇ ਗਲੀ ਦੀ ਸਫ਼ਾਈ ਕਰ ਦਿਓ ਤਾਂ ਜੋ ਖ਼ਬਰ ਅੱਧੀ ਪਚਕਦੀ ਸੱਚੀ ਵੀ ਹੋਵੇ। ਉਸ ਨੇ ਕਿਹਾ ਕਿ ਉਸਨੇ ਗਲੀ ਵਿੱਚ ਸਫ਼ਾਈ ਕਰਦੇ ਤੇ ਝਾੜੂ ਫੇਰਦੇ ਦੀ ਫੋਟੋ ਖਿਚਵਾ ਕੇ ਆਪਣੇ ਕੋਲ ਰੱਖੀ ਹੋਈ ਹੈ, ਜੋ ਉਹ ਲਿਆ ਕੇ ਦਿਖਾਵੇ। ਇੱਕ ਦਿਨ ਉਹ ਫੋਟੋ ਲੈ ਆਇਆ ਤੇ ਉਸ ਦੀ ਖੁਆਇਸ਼ ਸੀ ਕਿ ਉਹ ਉਸ ਦੀ ਫੋਟੋ ਮੁੱਖ ਪੰਨੇ ਤੇ ਛਾਪੇ। ਜਦੋਂ ਕਦੇ ਕੋਈ ਵਿਸ਼ੇਸ਼ ਅੰਕ ਨਿਕਲਦਾ ਤਾਂ ਉਹ ਤਰਲੇ ਕਰਦਾ ਕਿ ਉਸ ਦੇ ਨਾਂ ਹੇਠ ਸੰਦੇਸ਼ ਜ਼ਰੂਰ ਛਪੇ। ਜ਼ਮੀਰ ਦੀ ਆਵਾਜ਼ ਅਨੁਸਾਰ ਚੱਲਣਾ। ਕੁਝ ਲਿਖਾਰੀ ਵੀ ਨੇਤਾ ਕਿਸਮ ਦੇ ਸਨ, ਜੋ ਚਾਹੁੰਦੇ ਸਨ ਕਿ ਉਹਨਾਂ ਦਾ ਫਤਿਹੀ ਤੇ ਪ੍ਰੀਤਮ ਵਿੱਚ ਕੁਛ ਨਾ ਕੁਛ ਚੰਗਾ ਮੰਦਾ ਛਪਦਾ ਰਹੇ ਤੇ ਉਹ ਲੋਕਾਂ ਦੇ ਸਾਹਮਣੇ ਆਉਂਦੇ ਰਹਿਣ। ਇੱਕ ਕਵੀ ਚਾਹੁੰਦਾ ਸੀ ਕਿ ਉਸਦੀ ਕਵਿਤਾ ਪ੍ਰੀਤਮ ਵਿੱਚ ਸੰਪਾਦਕੀ ਦੇ ਬਾਅਦ ਪਹਿਲੇ ਸਫ਼ਿਆਂ ਤੇ ਛਾਪੀ ਜਾਵੇ। ਨਾ ਛਪਣ ਤੇ ਉਸਨੇ ਲੇਖਕ ਨੂੰ ਬਹੁਤ ਡਰਾਵੇ ਤੇ ਧਮਕੀਆਂ ਦਿੱਤੀਆਂ। ਉਸਨੇ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਉਸਦਾ ਰਾਹ ਵੀ ਰੋਕਿਆ, ਪਰ ਉਹ ਲੇਖਕ ਨਿਡਰਤਾ ਨਾਲ ਉਹਨਾਂ ਨੂੰ ਘੂਰਦਾ ਹੋਇਆ ਕੋਲੋਂ ਹੀ ਲੰਘ ਗਿਆ ਤੇ ਉਹ ਹੈਰਾਨ ਹੋ ਕੇ ਦੇਖਦੇ ਰਹਿ ਗਏ। ਲੇਖਕ ਸਦਾ ਆਪਣੀ
ਜ਼ਮੀਰ ਦੀ ਆਵਾਜ਼ ਅਨੁਸਾਰ ਚੱਲਦਾ ਰਿਹਾ। ਸਾਹਿਤਕ ਢੰਗ। ਕੁਝ ਲੇਖਕ ਆਪਣਾ ਨਾਂ ਪ੍ਰੀਤਮ ਤੇ ਆਨਰੇਰੀ ਸੰਪਾਦਕ ਦੇ ਤੌਰ ਤੇ ਲਿਖਵਾਉਣ ਵਾਸਤੇ ਗੇੜੇ ਕੱਢਦੇ ਰਹਿੰਦੇ। ਉਹ ਨਾਰੰਗ ਸਾਹਿਬ ਨੂੰ ਸਬਕ ਦਿਖਾਉਂਦੇ ਰਹਿੰਦੇ ਕਿ ਉਹਨਾਂ ਦਾ ਨਾਂ ਪਰਚੇ ਤੇ ਜਾਣ ਨਾਲ ਪਰਚੇ ਦਾ ਮਾਣ ਵਧੇਗਾ। ਅਜਿਹੇ ਲੇਖਕ ਨੂੰ ਸਾਹਿਤਕ ਠੱਗ ਜਾਪਦੇ। ਪ੍ਰੀਤਮ ਉੱਤੇ ਕੁਝ ਸਮੇਂ ਲਈ ਅਜਿਹੀ ਆਨਰੇਰੀ ਸੰਪਾਦਕਾਂ ਦੇ ਨਾਂ ਛਪਦੇ ਰਹੇ ਜਿਨ੍ਹਾਂ ਦੀ ਸ਼ਕਲ ਲੇਖਕ ਨੇ ਕਦੇ ਵੀ ਨਹੀਂ ਸੀ ਦੇਖੀ ਤੇ ਨਾ ਹੀ ਉਹਨਾਂ ਨੇ ਕਦੀ ਇਹ ਸਤਰ ਹੀ ਲਿਖੀ ਸੀ। ਯਾਤਰੀ ਸਾਹਿਬ ਦਾ ਜਾਣਾ। ਜਦੋਂ ਯਾਤਰੀ ਸਾਹਿਬ ਫਤਿਹੀ ਨੂੰ ਛੱਡ ਗਏ ਤਾਂ ਲੇਖਕ ਉੱਤੇ ਦੋਹਾਂ ਅਖਬਾਰਾਂ ਦਾ ਬੋਝ ਆ ਪਿਆ। ਉਸ ਨੂੰ ਫਤਿਹੀ ਲਈ ਸੰਪਾਦਕੀ ਨੋਟ ਵੀ ਲਿਖਣੇ ਪੈਂਦੇ। ਸੰਪਾਦਕੀ ਲਿਖਣ ਵੇਲੇ ਉਹ ਸਦਾ ਤਣਾਅ ਵਿੱਚ ਰਹਿੰਦਾ ਕਿਉਂਕਿ ਰਾਜਨੀਤੀ ਵਿੱਚ ਉਸਦੀ ਉਤਨੀ ਦਿਲਚਸਪੀ ਨਹੀਂ ਸੀ। ਕਈ ਵਾਰੀ ਸੰਪਾਦਕੀ ਲਿਖਣ ਵਿੱਚ ਦੇਰ ਹੋ ਜਾਂਦੀ ਤਾਂ ਕੰਪੋਜ਼ਿਟਰ ਆਪ ਕਾਗਜ਼ ਲੈਣ ਆ ਜਾਂਦਾ। ਚੜਕ ਸਿੰਘ ਕੰਪੋਜ਼ਰ ਕਿਹਾ ਕਰਦਾ ਸੀ ਜੋ ਅਵਤਾਰ ਸਿੰਘ ਆਜ਼ਾਦ ਕੋਲ ਲਿਖਣ ਦੀ ਸ਼ੁਰੂਆਤ ਸੀ। ਮੁਹਾਰਤ ਸੀ ਉਹ ਕਿਸੇ ਕੋਲ ਵੀ ਨਹੀਂ ਹੈ। ਲਾਹੌਰ ਉਸਨੇ ਉਸ ਨਾਲ ਕੰਮ ਕੀਤਾ ਸੀ। ਉਹ ਲਿਖੀ ਜਾਂਦਾ ਤੇ ਉੱਪਰੋਂ ਕਾਗਜ਼ਾਂ ਪੜ੍ਹ ਕੇ ਕੰਪੋਜ਼ ਕਰੀ ਜਾਂਦੇ। ਇਹ ਸੁਣ ਕੇ ਲੇਖਕ ਹੈਰਾਨ ਰਹਿ ਜਾਂਦਾ ਕਿ ਉਹ ਤਾਂ ਕਈ ਵਾਰ ਸੋਚ ਕੇ ਕੱਟ ਕੇ ਲਿਖਦਾ ਹੈ। ਸਮਾਂ ਬੀਤਦਾ ਗਿਆ। ਫਿਰ ਉਹ ਦਿਨ ਆ ਗਿਆ ਜਦੋਂ ਉਸ ਦੇ ਹੱਥ ਵੀ ਰਵਾ ਹੋ ਗਏ। ਕਲਮ ਫੜਦਾ ਤਾਂ ਪ੍ਰਵਾਹ ਵਾਂਗ ਵਹਿਣ ਲੱਗਦੀ। ਇਸ ਤਰ੍ਹਾਂ ਫਤਿਹ ਤੇ ਪ੍ਰੀਤਮ ਵਿੱਚ ਰਹਿ ਕੇ ਲੇਖਕ ਨੇ ਬਹੁਤ ਕੁਝ ਸਿੱਖਿਆ, ਅਨੁਭਵ ਕੀਤਾ ਤੇ ਸਥਿਤੀਆਂ ਨੂੰ ਸਮਝਿਆ। ਉਸ ਦਾ ਮਾਨਸਿਕ ਵਿਕਾਸ ਹੋਇਆ ਤੇ ਉਸ ਦੇ ਵਿਚਾਰਾਂ ਨੂੰ ਸੇਧ ਮਿਲੀ। ਇੱਕ ਵਾਰ ਜਦ ਪਾਕਿਸਤਾਨ ਨਾਲ ਸੰਬੰਧ ਵਿਗੜਨ ਲੱਗੇ ਤਾਂ ਲੇਖਕ ਨੇ ਤਿਆਰ ਰਹਿਣ ਦੀ ਲੋੜ ਮੁੱਖ ਸੰਪਾਦਕੀ ਲਿਖੀ। ਚੜ੍ਹਦੀ ਜਵਾਨੀ ਸੀ ਇਸ ਲਈ ਉਸ ਵਿੱਚ ਵੱਡਾ ਜੋਸ਼ ਸੀ ਤੇ ਉਹ ਭੜਕੀਲਾ ਸੀ। ਜਦ ਉਸ ਦੇ ਦੋਸਤ ਮਨਮੋਹਨ ਸਿੰਘ ਨੇ ਸਮਝਾਇਆ ਕਿ ਉਹ ਜੰਗ ਦੀ ਨਹੀਂ ਅਮਨ ਦੀ ਪ੍ਰੇਰਨਾ ਦਿੰਦੇ ਤਾਂ ਗੱਲ ਜ਼ਿਆਦਾ ਭਾਵਪੂਰਕ ਬਣਦੀ। ਲੜਾਈ ਵਿੱਚ ਕਈ ਬੇਦੋਸ਼ੇ ਲੋਕ ਮਾਰੇ ਜਾਂਦੇ ਤੇ ਮੁਲਕ ਤਬਾਹ ਹੋ ਜਾਂਦੇ ਹਨ। ਲੇਖਕ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸਨੂੰ ਬਹੁਤ ਸ਼ਰਮ ਮਹਿਸੂਸ ਹੋਈ। ਮਨਮੋਹਨ ਸਿੰਘ ਲੇਖਕ ਦਾ ਪਹਿਲਾ ਫਤਿਹੀ ਤੇ ਪ੍ਰੀਤਮ ਵਿੱਚ ਕੰਮ ਕਰਨ ਇਛੁੱਕ ਸੀ। ਉਹ ਸਮਾਜਵਾਦੀ ਵਿਚਾਰਧਾਰਾ ਰੱਖਦਾ ਸੀ। ਲੇਖਕ ਉਸ ਤੋਂ ਬਹੁਤ ਪ੍ਰਭਾਵਿਤ ਸੀ ਤੇ ਉਹ ਉਸ ਦਾ ਰਹਿਨੁਮਾ ਸੀ। ਇੱਕ ਵਾਰੀ ਬਜਟ ਤੇ ਸੰਪਾਦਕੀ ਲਿਖਣਾ ਸੀ। ਅਚਾਨਕ ਮਨਮੋਹਨ ਸਿੰਘ ਮਿਲ ਪਿਆ ਤੇ ਬਜਟ ਬਾਰੇ ਗੱਲ ਚੱਲ ਪਈ। ਉਹ ਬਹੁਤ ਸੁਲਝਿਆ ਹੋਇਆ ਸੀ। ਉਸ ਨੇ ਦੱਸਿਆ ਕਿ ਜਿਹੜੇ ਟੈਕਸ ਰੋਜ਼ਾਨਾ ਲੋੜ ਦਿੱਤਾ ਚੀਜ਼ਾਂ ਤੇ ਲੱਗਣ ਉਹ ਲੋਕ ਵਿਰੋਧੀ ਹੁੰਦੇ ਹਨ। ਉਸ ਸਾਲ ਹੋਰ ਚੀਜ਼ਾਂ ਤੋਂ ਇਲਾਵਾ ਦੀਆਂ ਸਿਲਾਈ ਤੇ ਟੈਕਸ ਲੱਗਾ ਸੀ। ਉਸ ਤੋਂ ਸੰਪਾਦਕੀ ਲਿਖਣ ਲਈ ਦਿਸ਼ਾ ਮਿਲ ਗਈ। ਫਤਿਹੀ ਪ੍ਰੀਤਮ ਵਿੱਚ ਲੇਖਕ ਲਿਖਦਾ ਥੱਕ ਜਾਂਦਾ ਸੀ। ਕੋਈ ਮੌਲਿਕ ਸਾਹਿਤਕ ਰਚਨਾ ਲਿਖਣ ਵਾਸਤੇ ਉਸ ਕੋਲ ਸਮਾਂ ਹੀ ਨਹੀਂ ਸੀ ਰਿਹਾ। ਉਸਨੂੰ ਆਪਣੀ ਪਛਾਣ ਕਦੀ ਕਿਸੇ ਸਤਰ ਵਿੱਚ ਝਲਕਦੀ ਦਿਸਦੀ। ਕਦੇ ਕਿਸੇ ਪੈਰੇ ਜਾਂ ਲੇਖ ਵਿੱਚ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੁੜਿਆ ਹੋਇਆ ਮਹਿਸੂਸ ਕਰਦਾ। ਉਂਝ ਉਸਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਉਹ
ਤੇ ਉਸ ਦੀ ਕਲਮ ਇੱਕ ਦੂਜੇ ਤੋਂ ਵੱਖਰੀਆਂ ਚੀਜ਼ਾਂ ਹੋਣ। ਆਈ ਹੋਪ ਆਪਕੋ ਇਹ ਚੈਪਟਰ ਕਲੀਅਰ ਹੈ। ਅੱਖਾਂ ਵਿੱਚ ਸੁਪਨੇ ਲਟਕਣ ਦੇ। Thank you for watching the video. Please like the video and subscribe to our channel.